ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਅਤੇ ਕੱਲ੍ਹ ਨੂੰ ਆਉਣ ਵਾਲੇ ਕੇਂਦਰ ਸਰਕਾਰ ਦੇ ਬਜਟ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਚੁੱਕਾ ਹੈ ਅਤੇ ਕੱਲ੍ਹ ਨੂੰ 1 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ। ਅਤੇ ਦੇਖੀਏ ਤਾਂ ਅੱਜ ਲਗਭਗ ਸਾਰੇ ਵੱਡੇ ਸਿਆਸੀ ਲੀਡਰਾਂ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ। ਪਰ ਇਸ ਵਾਰ ਚੋਣਾਂ 'ਚ ਇੱਕ ਨਵੇਕਲੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਵੀ ਕਿ ਜਿੱਥੇ ਪਹਿਲਾਂ ਬਿਕਰਮ ਸਿੰਘ ਮਜੀਠੀਆ 2 ਥਾਵਾਂ ਤੋਂ ਚੋਣ ਲੜ ਰਹੇ ਸੀ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਜਿਹੜਾ ਹੈ ਚਮਕੌਰ ਸਾਹਿਬ ਦੇ ਨਾਨਾ ਭਦੌੜ ਤੋਂ ਜਿਹੜਾ ਹੈਗਾ ਚੋਣ ਮੈਦਾਨ 'ਚ ਉਤਰ ਚੁੱਕੇ ਨੇ। ਉਹ ਵੀ 2 ਥਾਵਾਂ ਤੋਂ ਚੋਣ ਲੜ ਰਹੇ ਨੇ। ਅਸੀਂ ਜਾਣਨਾ ਚਾਹਾਂਗੇ, ਇੱਕ ਤਾਂ ਮੁੱਖ ਮੰਤਰੀ ਦੇ 2 ਥਾਵਾਂ ਤੋਂ ਚੋਣ ਲੜਨ ਦੇ ਕੀ ਮਾਇਨੇ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਨਾ ਚਾਹਾਂਗੇ, ਅੱਜ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਹੈਗਾ ਸੁਪਰੀਮ ਕੋਰਟ ਵੱਲੋਂ 23 ਫਰਵਰੀ ਤੱਕ ਵੱਡੀ ਰਾਹਤ ਦੇ ਦਿੱਤੀ ਗਈ ਹੈ। ਉਸ ਦਾ ਚੋਣਾਂ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ? ਅਸਲ ਦੇ ਵਿੱਚ ਚੋਣਾਂ ਹੁਣ ਜ਼ਿਆਦਾਤਰ ਏਜੰਡੇ ਦੀ ਬਜਾਏ ਜਾਂ ਜ਼ਿਆਦਾਤਰ ਲੋਕਾਂ ਦੇ ਸਰੋਕਾਰਾਂ ਦੀ ਬਜਾਏ ਚਿਹਰਿਆਂ 'ਤੇ ਹੀ ਲੜੀ ਜਾ ਰਹੀ ਹੈ। ਔਰ ਚਿਹਰਿਆਂ ਨੂੰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਲੈਵਲ ਦਾ ਇੱਕ ਜ਼ਮਾਨੇ ਤੱਕ ਪੋਲੀਟੀਕਲ ਸਾਡਾ ਸੈਟਅਪ ਇਹ ਰਿਹਾ ਕਿ ਜਿਹੜਾ ਵੱਡਾ ਲੀਡਰ ਸੀ ਉਹਦੇ ਮੁਕਾਬਲੇ ਵੱਡਾ ਲੀਡਰ ਨਾਰਮਲੀ ਘੱਟ ਚੋਣ ਲੜਦਾ ਸੀ, ਕਿਉਂਕਿ ਦੋਨਾਂ ਨੂੰ ਇਹ ਲੱਗਦਾ। ਇਹ ਮਾਮਲਾ ਕੇਜਰੀਵਾਲ ਤੋਂ ਸ਼ੁਰੂ ਹੋਇਆ ਅਸਲ 'ਚ। ਜਦੋਂ ਕੇਜਰੀਵਾਲ ਨੇ ਪਹਿਲਾਂ 2013 ਦੀ ਦਿੱਲੀ ਦੀ ਵਿਧਾਨ ਸਭਾ 'ਚ ਐਲਾਨ ਕਰਕੇ ਕਿਹਾ ਕਿ ਮੈਂ ਸ਼ੀਲਾ ਦੀਕਸ਼ਤ ਦੇ ਖਿਲਾਫ ਲੜੂੰਗਾ ਜੀ, ਤੇ 2013 'ਚ ਕੇਜਰੀਵਾਲ ਸ਼ੀਲਾ ਦੀਕਸ਼ਤ ਦੇ ਖਿਲਾਫ ਲੜਿਆ ਅਤੇ ਜਿੱਤ ਗਿਆ 3 ਵਾਰ ਦੀ ਚੀਫ ਮਿਨਿਸਟਰ ਦੇ ਖਿਲਾਫ। ਉਹਨੂੰ ਲੱਗਦਾ ਸੀ ਕਿ ਅਸੀਂ ਸਿੱਧੇ, ਦੇਖੋ ਜੀ, ਬਿਲਕੁਲ ਕਿਸੇ ਨਾਲ ਨਹੀਂ, ਅਸੀਂ ਸਭ ਦੇ ਖਿਲਾਫ ਚੋਣ ਲੜਦੇ ਹਾਂ। ਫਿਰ ਜਦੋਂ ਪੰਜਾਬ ਦੀ 2017 ਦੀ ਚੋਣ ਆਈ ਹੈ, ਪੰਜਾਬ ਦੀ 2017 ਦੀ ਚੋਣ 'ਚ ਵੀ ਭਗਵੰਤ ਮਾਨ ਸੁਖਬੀਰ ਬਾਦਲ ਦੇ ਖਿਲਾਫ ਲੜਨ ਗਿਆ ਜਲਾਲਾਬਾਦ ਤੋਂ। ਉਹਨਾਂ ਨੇ ਜਰਨੈਲ ਸਿੰਘ ਲਿਆਂਦਾ ਬਾਦਲ ਦੇ ਖਿਲਾਫ ਦਿੱਲੀ ਤੋਂ, ਅਤੇ ਪੰਥਕ ਐਂਗਲ ਉਸ ਲੈਵਲ 'ਤੇ ਕਰਕੇ ਜੀ, ਤਾਂ ਉਹਦੀ ਰੀਸ 'ਚ ਅਤੇ ਸ਼ਾਇਦ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਨੇ ਮਿਲੀ ਭੁਗਤ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ ਜਾਂ ਜੋ ਵੀ ਹੋਇਆ। ਅਮਰਿੰਦਰ ਸਿੰਘ ਵੀ 2 ਸੀਟਾਂ ਤੋਂ ਲੜਿਆ, ਪਟਿਆਲੇ ਅਤੇ ਲੰਬੀ ਤੋਂ, ਅਤੇ ਇੱਧਰੋਂ ਰਵਨੀਤ ਬਿੱਟੂ ਨੂੰ ਲਿਜਾ ਕੇ ਜਲਾਲਾਬਾਦ ਖੜ੍ਹਾ ਕੀਤਾ। ਇਸ ਲਈ ਕੋਈ ਇਹ ਨਵਾਂ ਪ੍ਰੋਸੈਸ ਤਾਂ ਨਹੀਂ ਹੈ ਕਿ 2 ਟਿਕਟਾਂ ਤੋਂ ਲੜਿਆ, ਕਾਫੀ ਤੋਂ ਇਹ ਪਹਿਲਾਂ ਵੀ ਲੜਿਆ ਜਾ ਚੁੱਕਿਆ। ਉਹੀ ਚੁਣੌਤੀ ਟਾਈਪ ਹੀ ਹੁਣ ਅਕਾਲੀ ਦਲ ਨੇ ਕਿਹਾ ਵੀ ਚੰਗਾ ਜੀ, ਜੇ ਸਿੱਧੂ ਹੈ ਤਾਂ ਮਜੀਠੀਆ ਲੜੂਗਾ, ਫਿਰ ਉਹਦੇ ਨਾਲ ਐਂ ਕਰੂਗਾ, ਚੈਲੰਜ ਕਬੂਲ ਕਰਦੇ ਹਾਂ। ਇਹ ਮੇਰੇ ਖਿਆਲ ਹੈ ਬਹੁਤਾ ਉਹੀ ਫਿਲਮੀ ਜਿਹਾ ਸੈਟਅਪ ਹੈ, ਜਿਵੇਂ ਫਿਲਮ 'ਚ ਇੱਕ ਦੂਜੇ ਨੂੰ ਵੰਗਾਰ ਕੇ ਕਰਨਾ। ਇਹ ਚੈਲੰਜ ਤਾਂ ਕਿਸੇ ਨੇ ਕਬੂਲ ਨਹੀਂ ਕੀਤਾ ਕਦੇ ਵੀ ਸਾਡੇ ਕੋਲ ਆਹ ਪਾਲਿਸੀ ਬੈਟਰ ਹੈ ਪੰਜਾਬ ਦੀ, ਅਸੀਂ ਇਸ ਮਾਮਲੇ ਦੇ ਵਿੱਚ ਚੈਲੰਜ ਕਰਦੇ ਹਾਂ, ਸਾਡੇ ਕੋਲ ਆਰਗੂਮੈਂਟ ਹੈ, ਤੁਸੀਂ ਇਹਦਾ ਜਵਾਬ ਦੇ ਕੇ ਦਿਖਾਓ। ਰੋਡ ਮੈਪ ਦੇ ਪੱਖ ਤੋਂ ਤੁਹਾਡੇ ਕੋਲ ਬੈਟਰ ਕੋਈ ਚੀਜ਼ ਹੋਵੇ, ਇਹ ਕੁਝ ਨਹੀਂ ਹੈ। ਅਤੇ ਕੇਵਲ ਉਹੀ ਚੀਜ਼ ਹੈ ਚਿਹਰਿਆਂ ਦਾ ਜਿਹੜਾ ਇੱਕ ਆਦਾਨ ਪ੍ਰਦਾਨ ਉੱਤੇ। ਇਹ ਠੀਕ ਹੈ ਕਿ ਅੱਜ ਬਿਕਰਮ ਮਜੀਠੀਆ ਨੂੰ ਪਹਿਲਾਂ ਸੁਪਰੀਮ ਕੋਰਟ ਨੇ ਨੋਮੀਨੇਸ਼ਨ ਤੱਕ, ਅਤੇ ਅੱਜ ਉਹਨੂੰ ਪੂਰੀ ਚੋਣ ਲੜਨ ਤੋਂ ਵੀ ਈਵਨ 20 ਤਰੀਕ ਨੂੰ ਵੋਟਾਂ ਪੈ ਜਾਣਗੀਆਂ, 23 ਫਰਵਰੀ ਤੱਕ ਗ੍ਰਿਫਤਾਰ ਨਾ ਕਰਨ ਦੀ ਗੱਲ ਕੀਤੀ ਹੈ। ਇੱਕ ਸੁਪਰੀਮ ਕੋਰਟ ਦੀ ਇਹ ਆਬਜ਼ਰਵੇਸ਼ਨ ਹੈ ਜਿਹੜੀ ਬਾਕੀ ਕੇਸਾਂ ਬਾਰੇ ਵੀ, ਇਹਦੇ ਬਾਰੇ ਵੀ ਇਹੋ ਜਿਹੇ ਕੇਸ ਪੋਲੀਟੀਕਲੀ ਮੋਟੀਵੇਟਡ ਤਾਂ ਜੇ ਦਿਖਣ ਲੱਗ ਜਾਣ ਤਾਂ ਇਹ ਗਲਤ ਗੱਲ ਹੁੰਦੀ ਹੈ ਡੈਮੋਕ੍ਰੇਸੀ ਦੇ ਵਿੱਚ, ਕਿ ਚੋਣਾਂ ਨੇੜੇ ਆ ਕੇ ਐਕਟੀਵਿਟੀ ਕਿਉਂ ਹੁੰਦੀ ਹੈ, ਇੱਦੋਂ ਪਹਿਲਾਂ ਹੀ ਇਹ ਚੀਜ਼ਾਂ ਕਿਉਂ ਨਹੀਂ ਹੁੰਦੀਆਂ। ਅਤੇ ਨਾਲ ਉਹਨੂੰ ਇਹ ਕਿਹਾ ਕਿ ਸਰੈਂਡਰ ਉਦੋਂ ਬਾਅਦ ਉਹ ਜਿਹੜਾ ਟਰਾਇਲ ਕੋਰਟ 'ਚ ਸਰੈਂਡਰ ਕਰੇ ਮਜੀਠੀਆ, ਅਤੇ ਬਾਅਦ ਦੇ ਵਿੱਚ ਫਿਰ ਜੋ ਵੀ ਕਾਰਵਾਈ ਹੁੰਦੀ ਹੈ ਉਸ ਲਿਹਾਜ਼ ਨਾਲ। ਇਹਦਾ ਮਤਲਬ ਇੱਕ ਰਾਹਤ ਤਾਂ ਮਿਲੀ ਉਹ ਹੈ ਕਿ ਤੁਸੀਂ 20 ਤਰੀਕ ਤੱਕ ਜੋ ਮਰਜ਼ੀ ਆਪਣੇ ਤਰੀਕੇ ਨਾਲ ਚੋਣ ਲੜ ਸਕਦੇ ਹੋ ਜੀ। ਅਤੇ ਜਿਹੜਾ ਚੰਨੀ ਨੂੰ 2 ਜਗ੍ਹਾ ਤੋਂ ਟਿਕਟ ਦੇਣ ਦਾ ਮਾਮਲਾ ਹੈ, ਇਹਦਾ ਮਾਮਲਾ ਇਕੱਲਾ ਸ਼ਖਸੀਅਤਾਂ ਦਾ ਨਹੀਂ ਹੈ ਕਿ ਇਕੱਲੀ ਸ਼ਖਸੀਅਤ ਦਾ ਉਹ ਮਾਮਲਾ ਹੈ। ਜੇ ਅਸੀਂ ਦੇਖੀਏ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਪੰਜਾਬ ਦੇ ਵਿੱਚ, ਉਦੋਂ ਤੋਂ ਲਗਭਗ ਸਾਰੀਆਂ ਪਾਰਟੀਆਂ ਦਾ ਫੋਕਸ ਜਿਹੜਾ ਸੀ ਉਹ ਦਲਿਤ ਵੋਟ ਬੈਂਕ ਹੋ ਗਿਆ ਸੀ। ਬੀਜੇਪੀ ਨੇ ਸ਼ੁਰੂ ਕੀਤਾ ਸੰਪਲਾ ਨੂੰ ਪ੍ਰਧਾਨ ਬਣਾ ਕੇ, ਪਹਿਲਾਂ ਦਲਿਤ ਪ੍ਰਧਾਨ ਦੇ ਤੌਰ 'ਤੇ, ਫਿਰ ਸੰਪਲਾ ਨੂੰ ਐਸਸੀ ਕਮਿਸ਼ਨ ਦਾ ਚੇਅਰਮੈਨ, ਨੈਸ਼ਨਲ ਐਸਸੀ ਕਮਿਸ਼ਨ ਦਾ ਚੇਅਰਮੈਨ ਲਾ ਕੇ, ਫਿਰ ਬਾਰ-ਬਾਰ ਬੀਜੇਪੀ ਇਹ ਕਹਿੰਦੀ ਰਹੀ ਕਿ ਅਸੀਂ ਦਲਿਤ ਚੀਫ ਮਿਨਿਸਟਰ ਵੀ ਦੇ ਸਕਦੇ ਹਾਂ, ਬੀਜੇਪੀ ਨੇ ਕਿਹਾ। ਫਿਰ ਸੁਖਬੀਰ ਬਾਦਲ ਨੇ ਬੀਐਸਪੀ ਨਾਲ ਸਮਝੌਤਾ ਕਰਕੇ ਉਹਨੂੰ ਕਾਊਂਟਰ ਕਰਨ ਦੀ ਟਰਾਈ ਕੀਤੀ। ਇਹ ਵੀ ਐਲਾਨ ਕੀਤਾ ਕਿ ਸਾਡਾ ਡਿਪਟੀ ਸੀਐਮ ਜੇ ਅਸੀਂ ਜਿੱਤ ਗਏ ਤਾਂ ਬੀਐਸਪੀ 'ਚੋਂ ਜਾਂ ਕੋਈ ਦਲਿਤ ਜਿਹੜਾ ਉਹਨਾਂ ਦੇ ਵਿੱਚੋਂ ਹੋਏਗਾ। ਉਹ ਸਾਰੇ ਜਿਹੜੇ ਪ੍ਰੋਸੈਸ ਸੀ, ਔਰ ਕੇਜਰੀਵਾਲ ਤੇ ਇਹ ਸਾਰੇ ਪਹਿਲਾਂ ਤੋਂ ਕਹਿੰਦੇ ਹੀ ਆ ਰਹੇ ਨੇ ਵੀ ਅਸੀਂ ਤਾਂ ਦੇਖੋ ਜੀ ਵਿਰੋਧੀ ਧਿਰ ਦਾ ਆਗੂ ਪਹਿਲਾਂ ਹੀ ਦਲਿਤ ਬਣਾਇਆ ਹੋਇਆ ਜੀ। ਪਿਛਲੀ ਚੋਣ 'ਚ ਹੀ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਸਾਡਾ ਡਿਪਟੀ ਲੀਡਰ ਘੱਟੋ ਘੱਟ ਡਿਪਟੀ ਸੀਐਮ ਦਲਿਤ ਹੋਏਗਾ। ਦਲਿਤ ਵੋਟ ਬੈਂਕ 'ਤੇ ਨਜ਼ਰ ਸਭ ਦੀ ਸ਼ੁਰੂ ਤੋਂ ਹੀ ਸੀ ਜੀ। ਪਰ ਜਦੋਂ ਅਮਰਿੰਦਰ ਸਿੰਘ ਦੇ ਖਿਲਾਫ ਰੌਲਾ ਪਿਆ ਕਾਂਗਰਸ ਦੇ ਅੰਦਰ, ਉਹਨੂੰ ਜਦੋਂ ਬਦਲਣ ਦਾ ਸਵਾਲ ਆਇਆ,
ਬਦਲਣ ਦੇ ਸਵਾਲ ਤੇ ਕਈ ਆਪਸ਼ਨਾਂ ਕਾਂਗਰਸ ਕੋਲ ਸੀ ਔਰ ਕਈ ਆਪਸ਼ਨਾਂ ਉਹਨਾਂ ਨੇ ਅਜਮਾਈਆਂ ਵੀ ਉਹਨਾਂ ਦਿਨਾਂ ਦੇ ਉਸੇ ਦਿਨ 'ਚ। ਜੀ ਪਹਿਲਾਂ ਜਾਖੜ ਆ ਗਿਆ, ਫਿਰ ਸੁੱਖੀ ਰੰਧਾਵਾ ਆ ਗਿਆ, ਫਿਰ ਬਾਕੀ ਦੇ ਲੋਕ ਆ ਗਏ। ਪਰ ਬਾਅਦ 'ਚ ਸੋਚ ਸਮਝ ਕੇ ਉਹਨਾਂ ਨੇ ਇਹ ਕਿਹਾ ਕਿ ਨਹੀਂ, ਆਪਾਂ ਇੱਕ ਪੱਤਾ ਖੇਡੋ, ਦਲਿਤ ਪੱਤਾ, ਤੇ ਚੰਨੀ ਦਾ ਨਾਮ ਆ ਗਿਆ। ਚੰਨੀ ਦਾ ਨਾਮ ਪ੍ਰਾਇਓਰਟੀ ਦਾ ਨਾਮ ਨਹੀਂ ਸੀ, ਤਰਜੀਹ ਦਾ ਨਾਮ ਨਹੀਂ ਸੀ, ਪਹਿਲਾ ਨਾਮ ਨਹੀਂ ਸੀ, ਜਿਹਦੇ ਕਰਕੇ ਇਹਨੂੰ ਦੇਸ਼ ਪੱਧਰ ਦੇ ਉੱਤੇ ਅਸੀਂ ਇਹ ਉਭਾਰ ਸਕਦੇ ਹਾਂ ਕਿ ਅਸੀਂ ਦੇਖੋ ਪੰਜਾਬ ਦੇ ਵਿੱਚ 32% ਦਲਿਤ ਪਾਪੂਲੇਸ਼ਨ ਹੈ, ਅਸੀਂ ਦਲਿਤ ਨੂੰ ਪਹਿਲੀ ਵਾਰ ਮਤਲਬ ਚੀਫ ਮਿਨਿਸਟਰ ਦੇ ਤੌਰ ਤੇ ਬਣਾ ਰਹੇ ਹਾਂ ਜੀ। ਔਰ ਉਹ ਇੱਕ ਸੈਂਟੀਮੈਂਟ ਦਾ ਸਵਾਲ ਹੈ। ਫਿਰ ਹੁਣ ਕਾਂਗਰਸ ਦੇ ਸਾਹਮਣੇ ਇੱਕ ਹੋਰ ਨਵਾਂ ਜਿਹੜਾ ਕ੍ਰਾਈਸਿਸ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਚੀਫ ਮਿਨਿਸਟਰ ਦਾ ਦਾਅਵੇਦਾਰ ਹੈ, ਚਰਨਜੀਤ ਚੰਨੀ ਵੀ, ਔਰ ਸਾਰਿਆਂ ਨੇ ਕਿਹਾ ਕਿ ਚੀਫ ਮਿਨਿਸਟਰ ਦਾ ਚਿਹਰਾ ਤਾਂ ਜ਼ਰੂਰ ਅਨਾਉਂਸ ਕਰਨਾ ਚਾਹੀਦਾ। ਬਿਲਕੁਲ। ਦੋਨਾਂ ਨੇ ਰਲ ਕੇ ਵੀ ਉਸ ਦਿਨ ਰਾਹੁਲ ਗਾਂਧੀ ਨੂੰ ਕਿਹਾ ਜਦੋਂ ਜਲੰਧਰ ਦੀ ਵਰਚੁਅਲ ਰੈਲੀ ਹੋ ਰਹੀ ਸੀ, ਤਾਂ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਅਸੀਂ ਇੱਕ ਲੈ ਕੇ ਜਾਵਾਂਗੇ, ਦੋਨਾਂ 'ਚੋਂ ਕੋਈ ਵੀ। ਦੋਨੇ ਸਹਿਮਤ ਹੋ ਗਏ ਨੇ। ਹੁਣ ਇਹ ਸਹਿਮਤ ਹੋ ਗਏ ਜਾਂ ਨਹੀਂ ਹੋ ਗਏ ਬਾਅਦ 'ਚ ਪਤਾ ਲੱਗੂ ਜਦੋਂ ਆਫੀਸ਼ੀਅਲੀ ਐਲਾਨ ਹੋਏਗਾ, ਜੀ ਅਧਿਕਾਰਤ ਐਲਾਨ ਹੋਏਗਾ। ਪਰ ਚੰਨੀ ਦਾ ਭਦੌੜ ਤੋਂ ਐਲਾਨ ਹੋਣ ਦਾ ਮਤਲਬ ਹੈ ਕਿ ਇਸ ਗੌਰਮੈਂਟ ਇਹ ਸੰਕੇਤ ਦੇ ਰਹੀ ਹੈ ਕਾਂਗਰਸ ਕਿ ਅਗਲੀ ਚੋਣ ਉਹਦੀ ਅਗਵਾਈ 'ਚ ਲੜੀ ਜਾਣੀ ਹੈ, ਜੀ। ਜਿਹੜਾ ਇਹ ਹੈ। ਔਰ ਨਾਲ ਦੀ ਨਾਲ ਮੇਰਾ ਖਿਆਲ ਹੈ ਕਿ ਜਿਹੜਾ ਪੰਜਾਬ ਦਾ ਪ੍ਰੋਫਾਈਲ ਹੈ ਉਹਨੂੰ ਇਹ ਲੱਗ ਰਿਹਾ ਹੈ ਕਿ ਮਾਝਾ ਤੇ ਦੁਆਬਾ ਜਿਹੜਾ ਇੱਥੇ ਸ਼ਾਇਦ ਆਪ ਉਨੀ ਜ਼ਿਆਦਾ ਸਾਡੀ ਟੱਕਰ 'ਚ ਨਹੀਂ ਹੈ ਜਿੰਨੀ ਟੱਕਰ 'ਚ ਮਾਲਵੇ 'ਚ ਹੈ। ਜੀ। ਮਾਲਵੇ ਦੇ ਖਾਸ ਤੌਰ ਤੇ ਇਹ ਜਿਹੜੇ ਜ਼ਿਲ੍ਹੇ ਨੇ ਸੰਗਰੂਰ ਹੈ, ਬਰਨਾਲਾ ਹੈ, ਮਾਨਸਾ, ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪ ਦਾ ਪਰਹੈਂਡ ਪਿਛਲੇ ਵਾਰੀ ਵੀ ਸੀ। ਪਿਛਲੇ ਵਾਰੀ ਵੀ ਜ਼ਿਆਦਾ ਐਮਐਲਏ ਇਹਨਾਂ ਥਾਵਾਂ ਤੋਂ ਆਏ ਤੇ ਐਤਕੀ ਵੀ ਉਹਨਾਂ ਨੂੰ ਲੱਗਦਾ। ਤਾਂ ਇਸ ਵਾਰ ਉਹ ਜਿਹੜੀਆਂ ਰਿਜ਼ਰਵ ਸੀਟਾਂ ਕਾਫੀ ਆਈਆਂ ਸੀ ਆਪ ਨੂੰ, ਜੀ, ਉਹਨਾਂ ਨੂੰ ਕਾਊਂਟਰ ਕਰਨ ਦੇ ਵਾਸਤੇ ਮਾਲਵੇ ਦੇ ਵਿੱਚ ਇੱਕ ਬੜੇ ਦਲਿਤ ਸੈਕਸ਼ਨ ਨੂੰ ਮੈਸੇਜ ਦੇਣ ਦੇ ਵਾਸਤੇ ਤੇ ਚੰਨੀ ਨੂੰ ਭਦੌੜ ਐਲਾਨੇ। ਇੱਕ ਤਾਂ ਇਹ ਵੀ ਹੈ ਕਿ ਕੁਝ ਵਿਰੋਧੀ ਧਿਰਾਂ ਇਹ ਵੀ ਕਹਿੰਦੀਆਂ ਨੇ ਵੀ ਚੰਨੀ ਦੇਖੋ ਜੀ ਚਮਕੌਰ ਸਾਹਿਬ ਤੋਂ ਡਰ ਗਿਆ, ਉੱਥੇ ਉਹਦੀ ਚੋਣ ਨਹੀਂ। ਭਦੌੜ ਕੋਈ ਮਤਲਬ ਕਾਂਗਰਸ ਦੀ ਸੇਫ ਸੀਟ ਨਹੀਂ ਹੈ ਪਹਿਲਾਂ ਤੋਂ। ਭਦੌੜ ਤੀਜੇ ਨੰਬਰ ਤੇ ਸੀ ਕਾਂਗਰਸ ਪਿਛਲੇ ਵਾਰੀ। ਜੇ ਤਾਂ ਉਹ ਕਾਂਗਰਸ ਦੀ ਉਹ ਪੱਕੀ ਸੀਟ ਚਲੀ ਜਾਂਦੀ ਫਿਰ ਵੀ ਉਦੋਂ ਪੁਰਾਣੀ ਵੀ ਉਹ ਅਕਾਲੀ ਦਲ ਦੀ ਸੀਟ ਰਹੀ ਹੈ ਬੇਸਿਕਲੀ, ਬੜੇ ਲੰਮਾ ਸਮਾਂ ਤੱਕ ਭਦੌੜ ਦੀ ਜਿਹੜੀ ਸੀਟ ਹੈ। ਔਰ ਇਸ ਕਰਕੇ ਉਹ ਜਿਹੜੀ ਸਾਰੀ ਪਹਿਲਾਂ ਘੁੰਨਸ ਜਿੱਤਦਾ ਰਿਹਾ ਤੇ ਉਦੋਂ ਪਹਿਲਾਂ ਵੀ ਜਥੇਦਾਰ ਪਤੰਗ ਜਿੱਤਦੇ ਰਹੇ ਤੇ ਕਦੇ ਇੱਕ ਅੱਧਾ ਵਾਰ ਆਇਆ ਵਿੱਚ ਦੀ ਜਿਹੜੇ ਕੋਈ ਕਾਂਗਰਸੀ ਜਿੱਤਿਆ, ਉਹ ਵੀ ਮੁਹੰਮਦ ਸਦੀਕ ਜਿੱਤ ਗਿਆ ਸੀ ਕਿਸੇ ਨੇ ਮਤਲਬ ਜਿਹੜੇ ਪ੍ਰਿੰਸੀਪਲ ਸੈਕਟਰੀ ਸੀਗੇ ਉਹਨਾਂ ਤੋਂ, ਗੁਰੂ ਤੋਂ। ਜੀ। ਔਰ ਇਸ ਕਰਕੇ ਉਹ ਇਹ ਨਹੀਂ, ਉਹਦਾ ਕਲੀਅਰ ਕੱਟ ਮੈਸੇਜ ਮੇਰਾ ਖਿਆਲ ਇਹੀ ਹੈ ਕਿ ਉਹ ਇਹ ਦੇਣਾ ਚਾਹੁੰਦਾ ਜਿਵੇਂ ਮੈਸੇਜ ਬੀਜੇਪੀ ਨੇ ਦੇਣਾ ਚਾਹਿਆ ਸੀ। ਜੀ। ਬੀਜੇਪੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਕੇ, ਜਿਹੜਾ ਗੁਜਰਾਤ 'ਚ ਹੀ ਰਿਹਾ, ਗੁਜਰਾਤ ਦਾ ਹੀ ਚੀਫ ਮਿਨਿਸਟਰ ਸੀ, ਗੁਜਰਾਤ ਦਾ ਹੀ ਸਾਰਾ ਸੀ, ਜਦੋਂ ਉਹਨੇ ਆਪਸ਼ਨ ਲਈ ਕਿ ਮੈਂ ਗੁਜਰਾਤ ਤੋਂ ਵੀ ਲੜੂੰਗਾ ਤੇ ਮੈਂ ਵਾਰਾਣਸੀ ਵੀ ਲੜੂੰਗਾ। ਜੀ। ਵਾਰਾਣਸੀ ਲੜਨ ਦਾ ਮਤਲਬ ਸੀ ਕਿ 80 ਸੀਟਾਂ ਵਾਲੇ ਉੱਤਰ ਪ੍ਰਦੇਸ਼ 'ਚ ਲੜਨਾ, ਮੈਂ ਹਿੰਦੂਤਵ ਦੀ ਸਿਆਸਤ ਨੂੰ ਹੁਲਾਰਾ ਦਊਂਗਾ ਉੱਥੇ ਜਾ ਕੇ। ਜੀ। ਮੈਂ ਯੂਪੀ ਤੋਂ ਐਜ ਏ ਨੁਮਾਇੰਦਾ ਬਣੂੰਗਾ ਤਾਂ ਕਿ ਯੂਪੀ ਨੂੰ ਇਹ ਲੱਗੇ ਕਿ ਸਾਡਾ ਪ੍ਰਧਾਨ ਮੰਤਰੀ ਸਾਡੇ 'ਚੋਂ ਜਾ ਰਿਹਾ ਹੈ। ਯੂਪੀ ਪਹਿਲਾਂ ਵੀ, ਕਿਉਂਕਿ ਯੂਪੀ ਵੱਡੀ ਸਟੇਟ ਹੋਣ ਕਰਕੇ ਪ੍ਰਧਾਨ ਮੰਤਰੀ ਜ਼ਿਆਦਾਤਰ ਉੱਥੋਂ ਪੈਦਾ ਹੋਏ ਨੇ ਉਸ ਲੈਵਲ ਦੇ ਉੱਤੇ। ਉਹਦਾ ਹਿੰਦੂਤਵ ਦੀ ਉਹ ਜਿਹੜਾ ਰੁਝਾਨ ਸੀ ਉਹਦੇ 'ਚ ਬੀਜੇਪੀ ਨੂੰ ਵੋਟ ਦਾ ਫਾਇਦਾ ਮਿਲਿਆ। ਜੀ। ਦੇਸ਼ ਦਾ ਨੁਕਸਾਨ ਹੋਇਆ, ਫਾਇਦਾ ਇਹ ਅਲੱਗ ਡਿਬੇਟ ਦਾ ਸਵਾਲ ਹੈ, ਪਰ ਬੀਜੇਪੀ ਨੂੰ ਫਾਇਦਾ ਹੋਇਆ। ਜੀ। ਇਹੀ ਪੈਟਰਨ ਤੇ ਹੀ ਕਾਂਗਰਸ ਮੇਰਾ ਖਿਆਲ ਹੈ ਇਹ ਪੱਤਾ ਖੇਡ ਰਹੀ ਹੈ ਕਿ ਭਦੌੜ ਤੋਂ ਵੀ ਚੰਨੀ ਦਾ ਉਹਦਾ ਉਸ ਰੂਪ 'ਚ ਫਾਇਦਾ ਹੁੰਦਾ ਕਿ ਨਹੀਂ, ਉਹਦਾ ਉਹ ਕੱਦ ਹੈ ਕਿ ਨਹੀਂ, ਉਹਦਾ ਉਸ ਪੱਧਰ 'ਤੇ ਪ੍ਰਭਾਵ ਦੇਣ 'ਚ ਕਾਮਯਾਬ ਹੋਊ ਜਾਂ ਨਹੀਂ, ਉਹ ਅਲੱਗ ਸਵਾਲ ਹੈ। ਪਰ ਉਹਦੇ ਮੈਨੂੰ ਇਹ ਲੱਗਦਾ ਉਹਦੇ ਪਿੱਛੇ ਸੋਚ ਜਿਹੜੀ ਹੈ ਜੀ, ਉਹ ਇਹ ਨਜ਼ਰ ਆਉਂਦੀ ਹੈ ਕਿ ਆਪਾਂ ਇੱਕ ਬੜੇ ਵੱਡੇ ਵੋਟ ਬੈਂਕ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮੈਸੇਜ ਦਈਏ ਕਿ ਤੁਸੀਂ ਭਾਈ ਜੇ ਸਾਡੇ ਨਾਲ ਆਓਗੇ ਤਾਂ ਤੁਹਾਡੇ ਭਾਈਚਾਰੇ 'ਚੋਂ ਬੰਦਾ ਅਸੀਂ ਉਸ ਲੈਵਲ ਦਾ ਉੱਤੇ ਬਣਾਵਾਂਗੇ। ਇਹ ਹੈ। ਅਤੇ ਦੂਜੀ ਗੱਲ ਇਹ ਹੈ ਵੀ ਸ਼ਾਇਦ ਨਵਜੋਤ ਸਿੱਧੂ ਅਤੇ ਬਾਕੀਆਂ ਨੂੰ ਵੀ ਇਹ ਮੈਸੇਜ ਹੈ ਇੱਕ ਟਾਈਪ ਦਾ ਕਿ ਲੀਡਰ ਤਾਂ ਚੰਨੀ ਉਹ ਫਿਊਚਰ ਲੱਗ ਰਿਹਾ ਹੈ ਇਸ ਵਾਰ ਦੀਆਂ ਇਲੈਕਸ਼ਨਾਂ ਦੇ ਵਿੱਚ, ਤਾਂ ਹੀ ਉਹਨੂੰ ਦੋਹਰੀ ਸੀਟ 'ਤੇ ਹਾਈ ਕਮਾਂਡ ਨੇ ਦਿੱਤਾ ਹੈ। ਕਿਉਂਕਿ ਸਾਡੇ ਲੀਡਰ ਨਾਮਜ਼ਦ ਹੁੰਦੇ ਨੇ, ਇਲੈਕਟ ਨਹੀਂ ਹੁੰਦੇ। ਨਾਮਜ਼ਦਗੀ ਚੋਣਾਂ ਤੋਂ ਪਹਿਲਾਂ ਕਰ ਦਿਓ ਚੀਫ ਮਿਨਿਸਟਰ ਦੇ ਤੌਰ 'ਤੇ, ਜਾਂ ਨਾਮਜ਼ਦਗੀ ਉਦੋਂ ਬਾਅਦ ਕਰ ਦਿਓ, ਅਤੇ ਇੱਕ ਲੈਵਲ ਦੀ ਨਾਮਜ਼ਦਗੀ ਲੱਗਦੀ ਹੈ ਇਹ। ਬਾਕੀ ਅਫੀਸ਼ੀਅਲ ਐਲਾਨ ਹੋਏਗਾ ਉਦੋਂ ਦੀ ਬਾਅਦ ਦੀ ਗੱਲ ਹੈ। ਪਰ ਚਰਚਾ ਫਿਲਹਾਲ ਇਹੀ ਹੈ ਕਿ ਉਹਨਾਂ ਨੇ ਚੰਨੀ ਨੂੰ ਗੋ ਹੈਡ ਦੇ ਦਿੱਤਾ ਕਿ ਤੂੰ ਚੱਲ ਤੇ ਲੀਡਰ ਦੇ ਤੌਰ 'ਤੇ ਚੋਣਾਂ 'ਚ ਅਗਵਾਈ ਕਰੋ। ਜੀ। ਹਮੀਰ ਜੀ, ਇਹ ਤਾਂ ਸੀ ਪੰਜਾਬ ਚੋਣਾਂ ਦੀ ਗੱਲ। ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਦਾ ਬਜਟ ਵੀ ਜਿਹੜਾ ਹੈ ਆਉਣ ਵਾਲਾ ਹੈ, ਅਤੇ ਇਸ ਵਾਰ ਦੇ ਬਜਟ ਤੋਂ ਕਿਸ ਤਰ੍ਹਾਂ ਦੀ ਆਸ ਰੱਖੀ ਜਾ ਰਹੀ ਹੈ? ਕੀ ਇਸ ਵਾਰ ਦਾ ਕੇਂਦਰ ਸਰਕਾਰ ਦਾ ਬਜਟ ਹੈ ਜਿਹੜਾ ਦੇਸ਼ 'ਚ ਆਰਥਿਕ ਸੰਕਟ ਪੈਦਾ ਹੋਇਆ ਉਸ ਨੂੰ ਸਮੇਟਣ ਦੇ ਵਿੱਚ ਕੁਝ ਨਾ ਕੁਝ ਕਾਮਯਾਬ ਹੋ ਸਕੇਗਾ? ਅਸਲ 'ਚ ਬਹੁਤ ਲੋਕਾਂ ਦੀ ਉਮੀਦ ਹੁੰਦੀ ਹੈ ਬਜਟ ਕੇ ਸਾਲ ਬਾਅਦ ਜਦੋਂ ਆਉਂਦਾ ਹੈ, ਖਾਸ ਤੌਰ 'ਤੇ ਜਿਹੜਾ ਬਜਟ ਦੀ ਨੇਚਰ ਕੀ ਹੋਏਗੀ, ਬਜਟ ਦਾ ਸੁਭਾਅ ਕਿਸ ਲੈਵਲ ਦਾ ਹੋਏਗਾ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਅੰਦਾਜ਼ਾ ਲੱਗਦਾ ਹੈ ਉਹ ਇੱਕ ਦਿਨ ਪਹਿਲਾਂ ਜਿਹੜਾ
ਪੇਸ਼ ਹੁੰਦਾ ਪਾਰਲੀਮੈਂਟ ਦੇ ਵਿੱਚ ਜਿਹੜਾ ਆਰਥਿਕ ਸਰਵੇਖਣ ਹੁੰਦਾ ਜੀ, ਇਕਨੋਮਿਕ ਸਰਵੇ, ਜਿਹੜਾ ਅੱਜ ਪੇਸ਼ ਕੀਤਾ ਇਕਨੋਮਿਕ ਸਰਵੇ, ਪਿਛਲੇ ਸਾਲ ਦੀ ਇਕਨੋਮੀ ਕਿਹੋ ਜਿਹੀ ਰਹੀ, ਕੀ ਤਸਵੀਰ ਹੈ, ਉਹਦੇ ਤੋਂ ਇਹ ਲੱਗਦਾ ਨਹੀਂ ਕਿ ਮੇਨ ਟਰੈਕ 'ਤੇ ਜਿਹਦੇ 'ਤੇ ਬੀਜੇਪੀ ਗੌਰਮੈਂਟ ਚੱਲਦੀ ਰਹੀ ਹੈ ਉਹਦੇ ਤੋਂ ਥੋੜ੍ਹਾ ਬਹੁਤ ਫਰਕ ਪਾਏਗੀ। ਕਿਉਂਕਿ ਆਰਥਿਕ ਸਰਵੇ ਇਹ ਕਹਿ ਰਿਹਾ ਵੀ ਕੋਈ ਬੜੀ ਚਿੰਤਾ ਦੀ ਗੱਲ ਨਹੀਂ, ਸਾਡੀ ਅਰਥ ਵਿਵਸਥਾ ਮੁੜ ਕੇ ਪਟੜੀ 'ਤੇ ਆ ਰਹੀ ਹੈ, ਰੇਟ ਆਫ ਗਰੋਥ 11% ਤੱਕ ਇੰਡਸਟਰੀ ਦਾ ਹੋ ਜਾਏਗਾ ਜੀ, ਦੂਜਾ 8% ਤੱਕ ਕੰਜੰਪਸ਼ਨ ਵੱਧ ਰਹੀ ਹੈ, ਖਪਤਕਾਰਾਂ ਦੇ ਕੋਲ ਪੈਸਾ ਆ ਰਿਹਾ, ਉਹ ਲਾ ਰਹੇ ਨੇ, ਸਾਡੀ ਅਰਥ ਵਿਵਸਥਾ ਦੂਜੇ ਪਾਸੇ ਜਾ ਰਹੀ ਹੈ। ਅਤੇ ਅਗਲੀ ਗੱਲ ਉਹ ਇਹ ਕਹਿ ਰਹੇ ਨੇ ਕਿ ਜੀ ਇਹਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦਾ ਸਾਡੇ ਕੋਲ ਡਾਟਾ ਆ ਰਿਹਾ, ਉਹ ਕਹਿੰਦੇ ਨੇ ਰੁਜ਼ਗਾਰ ਵੀ ਪਹਿਲਾਂ ਨਾਲੋਂ ਤੇਜ਼ੀ ਨਾਲ ਵੱਧ ਰਿਹਾ ਜੀ, ਔਰ ਮਨਰੇਗਾ ਦੀ ਵੀ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਉਸੇ ਦੇ ਵਿੱਚ ਕਿ ਜਿਹੜੇ ਬੰਦੇ ਜਿੱਥੋਂ ਮਾਈਗਰੇਟ ਹੋ ਕੇ ਜਾ ਰਹੇ ਨੇ, ਮਤਲਬ ਪ੍ਰਵਾਸੀ ਮਜ਼ਦੂਰ ਜਿਵੇਂ ਚਾਹੇ ਬਿਹਾਰ ਤੋਂ ਯੂਪੀ ਤੋਂ ਹੋਰਾਂ ਰਾਜਾਂ 'ਚ ਜ਼ਿਆਦਾ ਜਾ ਰਹੇ ਨੇ, ਉੱਥੇ ਉਹ ਕਹਿੰਦੇ ਮਨਰੇਗਾ ਦੀ ਮੰਗ ਉੱਥੇ ਘਟ ਰਹੀ ਹੈ ਜੀ, ਜਿੱਥੇ ਉਹ ਜਾ ਰਹੇ ਨੇ ਮਨਰੇਗਾ ਦੀ ਮੰਗ ਉੱਥੇ ਵੱਧ ਰਹੀ ਹੈ। ਬਲਕਿ ਹੁਣ ਇਹ ਤੋਂ ਅੰਦਾਜ਼ਾ ਕੀ ਲਾਇਆ ਜਾ ਰਿਹਾ, ਇਹਦਾ ਮਤਲਬ ਇਹ ਹੈ ਕਿ ਕੀ ਉਹ ਜਿੱਥੋਂ ਉਹ ਜਾਣਾ ਚਾਹੁੰਦੇ ਨੇ ਉੱਥੇ ਉਹਨਾਂ ਨੂੰ ਸਮਝਦਾਰੀ ਨਹੀਂ ਹੈ ਕਿ ਮਨਰੇਗਾ ਮੈਂ ਆਪਣੇ ਰਹਿ ਕੇ ਆਪਣੇ ਟੱਬਰ 'ਚ ਰਹਿ ਜਾ, ਜਾਂ ਫਿਰ ਇਹਦੀ ਚੀਜ਼ ਇਹ ਹੈ ਕਿ ਉਹ ਮਨਰੇਗਾ ਦੀ ਦਿਹਾੜੀ ਨੂੰ ਘੱਟ ਸਮਝਦੇ ਨੇ, ਮੈਨੂੰ ਤਾਂ ਹੋਰ ਜਗ੍ਹਾ ਵੱਧ ਮਿਲਦੀ ਹੈ, ਮੈਂ ਤਾਂ ਹੋਰ ਜਗ੍ਹਾ ਜਾ ਕੇ ਕਰਦਾ ਜੀ। ਇਹਦਾ ਦਲੀਲ ਕੋਈ ਤਾਂ ਚਾਹੀਦੀ ਹੈ ਨਾ, ਇਹੋ ਜਿਹੀ ਉਹ ਹੋਏਗੀ। ਜਾਂ ਫਿਰ ਜਿੱਥੇ ਉਹ ਜਾ ਰਹੇ ਨੇ ਜੇ ਉੱਥੇ ਮੰਗ ਪੈਦਾ ਹੋ ਰਹੀ ਹੈ ਤਾਂ ਉਹ ਸਸਤੀ ਲੇਬਰ 'ਤੇ ਜਾ ਰਹੇ ਨੇ, ਬਲਕਿ ਉਦੋਂ ਉੱਤੇ ਜਿਹੜਾ ਉੱਥੇ ਲੋਕਲ ਬੰਦਾ ਉਹ ਬੇਰੁਜ਼ਗਾਰ ਹੋ ਰਿਹਾ, ਉਹ ਮਨਰੇਗਾ ਦੀ ਡਿਮਾਂਡ ਕਰ ਰਿਹਾ ਜੀ। ਅਤੇ ਜਦ ਕਿ ਡਾਟਾ ਇਹ ਹੈ ਕਿ ਜਿੰਨੇ ਜੋਬ ਕਾਰਡ ਬਣੇ ਹੋਏ ਨੇ ਹੁਣ ਤੱਕ, ਜੇ ਐਸੇ 21-22 ਵਾਲੇ ਇਸ ਸਾਲ ਦੇ ਵਿੱਚ ਉਹਨਾਂ ਨੂੰ ਪੂਰਾ ਕੰਮ 100 ਦਿਨ ਦਾ ਦੇਣਾ ਹੋਵੇ ਤਾਂ ਮਨਰੇਗਾ ਬਜਟ 2,64,000 ਕਰੋੜ ਰੁਪਏ ਦਾ ਚਾਹੀਦਾ, ਅਤੇ ਹੈ 73,000 ਕਰੋੜ ਦਾ ਜੀ। ਤਾਂ ਅਸੀਂ ਕੀ ਕਰਾਂਗੇ? ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਮਨਰੇਗਾ 'ਚ, ਇਹਦਾ ਮਤਲਬ ਨਾ ਅਸੀਂ ਪ੍ਰਚਾਰ ਕਰ ਰਹੇ ਹਾਂ, ਨਾ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ, ਨਾ ਕਾਨੂੰਨ ਦੇ ਮੁਤਾਬਕ ਕਿਵੇਂ ਹੋਣਾ ਅਤੇ ਉਹਨੂੰ ਕਰ ਰਹੇ ਹਾਂ। ਦੂਜੇ ਪਾਸੇ ਡਾਟਾ ਸਾਡੇ ਸਾਹਮਣੇ ਬੇਰੁਜ਼ਗਾਰੀ ਦਾ ਵੱਖ-ਵੱਖ ਪ੍ਰਬੰਧ, ਆਕਸਫਾਰਮ ਦਾ ਡਾਟਾ ਹੈ, ਗੈਰ ਬਰਾਬਰੀ ਕਿੰਨੀ ਵਧੀ ਹੈ, ਗੈਰ ਬਰਾਬਰੀ ਕਿਸ ਹੱਦ ਤੱਕ ਵਧੀ ਹੈ, ਕੁਝ ਕੰਪਨੀਆਂ ਕੁਝ ਪਰਿਵਾਰਾਂ ਦੀ ਆਮਦਨ ਕਿੰਨੀ ਵੱਧ ਗਈ ਹੈ, ਅਤੇ 55% ਕਰੋੜ ਤੋਂ ਜਿਹੜੇ ਹੇਠਲੇ ਬੰਦੇ ਨੇ ਜੀ, ਉਹਨਾਂ ਦੇ ਬਰਾਬਰ ਕਿਵੇਂ ਆਮਦਨ ਉੱਪਰਲੇ ਕੁਝ ਘਰਾਣਿਆਂ ਦੀ ਹੋ ਗਈ ਹੈ, ਕਿਵੇਂ ਬੇਰੁਜ਼ਗਾਰੀ ਕਿੰਨੀ ਵਧੀ ਹੈ, ਜਿਹਦੇ 'ਚ ਦੁਨੀਆ ਦਾ ਉਹਨੇ ਤਜਰਬਾ ਦਿੱਤਾ ਕੋਵਿਡ ਦੇ ਦੌਰਾਨ ਕਿ ਡੇਲੀ 21,000 ਬੰਦਾ ਬੇਰੁਜ਼ਗਾਰ ਔਰ ਸਿਹਤ ਸਹੂਲਤਾਂ ਨਾ ਮਿਲਣ ਕਰਕੇ ਮਰਨ ਲੱਗ ਗਿਆ। ਹੁਣ ਜਾਂ ਉਹ ਡਾਟਾ ਗਲਤ ਹੈ ਜਾਂ ਉਹ ਡਾਟਾ ਗਲਤ ਹੈ। ਬਿਲਕੁਲ। ਇਹ ਡਾਟੇ ਦੀ ਤਸਦੀਕ ਕੌਣ ਕਰੇਗਾ ਕਿ ਗੱਲ ਕੀ ਹੈ? ਮੈਨੂੰ ਲੱਗਦਾ ਜਦੋਂ ਆਮ ਕਾਮਨ ਸਮਾਜ 'ਚ ਆਪਾਂ ਦੇਖਦੇ ਹਾਂ, ਕਿਸੇ ਸ਼ਹਿਰ 'ਚ ਦੇਖ ਲਓ, ਕਿਸੇ ਪਿੰਡ 'ਚ ਦੇਖ ਲਓ, ਜਦੋਂ ਦਾ ਕਰੋਨਾ ਚੱਲਦਾ, ਜਦੋਂ ਦੀ ਨੋਟਬੰਦੀ ਆਈ, ਪਹਿਲਾਂ ਨਾਲੋਂ ਆਮਦਨ ਤਾਂ ਲੋਕਾਂ ਦੀ ਘਟੀ ਦਿਖਾਈ ਦਿੰਦੀ ਹੈ ਜਿਹਨੂੰ ਵੀ ਮਿਲਦੇ ਆ। ਬਿਲਕੁਲ। ਸੈਂਕੜੇ ਬੰਦੇ ਸਰਕਾਰੀ ਪ੍ਰਾਈਵੇਟ ਸਕੂਲਾਂ ਨੇ ਹਟਾਤੇ ਨੇ, ਜਿਹੜੇ ਸਕੂਲਾਂ 'ਚ ਆਨਲਾਈਨ ਚੱਲਦਾ ਉਹ ਕਹਿੰਦੇ ਹੁਣ ਤੁਹਾਡੀ ਲੋੜ ਨਹੀਂ ਭਾਈ, ਚਲੋ ਆਪਾਂ ਕਿਵੇਂ ਕਰੀਏ ਜਦੋਂ ਨਹੀਂ ਹੈ। ਕਿੰਨੇ ਡਰਾਈਵਰ ਵਿਹਲੇ ਹੋ ਗਏ ਨੇ, ਉਹ 'ਚੋਂ ਕਿੰਨੇ ਦੁਕਾਨਦਾਰਾਂ ਦੀਆਂ ਦੁਕਾਨਾਂ ਛੋਟੇ-ਛੋਟੇ ਜਿਹੜੀਆਂ ਚੱਲਦੀਆਂ ਸੀ ਉਹ ਚਲੀਆਂ ਗਈਆਂ, ਕਿੰਨੇ ਬੰਦੇ ਆਪੋ ਆਪਣੇ ਰਾਜਾਂ ਨੂੰ ਚਲੇ ਗਏ, ਕਿੰਨਿਆਂ 'ਤੇ ਸੈਲਰੀ ਕੱਟ ਲੱਗ ਗਏ ਡਿਪਾਰਟਮੈਂਟਾਂ ਦੇ ਵਿੱਚ, ਮਤਲਬ ਕਿੰਨੇ ਕੁਝ ਹੋਇਆ। ਇਹ ਤਾਂ ਆਮ ਬੰਦੇ ਨੂੰ ਦਿਖ ਰਿਹਾ ਨਾ ਵੀ ਆਹ ਤਾਂ ਮੇਰੇ ਸਾਹਮਣੇ ਹੋ ਰਿਹਾ। ਬਿਲਕੁਲ। ਮੈਨੂੰ ਉਹ ਦਿਹਾੜੀ ਨਹੀਂ। ਫਿਰ ਵੀ ਜੇ ਇਕਨੋਮਿਕ ਸਰਵੇ ਇਹ ਦਿਖਾਉਣ ਦੀ ਸਾਨੂੰ ਇਹੋ ਜਿਹੀ ਪਿਕਚਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੇਗਾ ਤਾਂ ਫਿਰ ਕਿਵੇਂ ਮੰਨੂਗੀ ਉਹ ਗੱਲ? ਔਰ ਜੇ ਇਹ ਦਿਖਾ ਰਿਹਾ ਇਹਦਾ ਮਤਲਬ ਫਿਰ ਬਜਟ 'ਚ ਕੀ ਸੀ? ਜੇ ਇਹਦੋਂ ਉਲਟ ਦਿਖਾਉਂਦਾ ਵੀ ਹਾਂ ਸੰਕਟ ਹੈਗਾ, ਬੇਰੁਜ਼ਗਾਰੀ ਵੀ ਵੱਧ ਰਹੀ ਹੈ, ਸੋਸ਼ਲ ਸਿਕਿਉਰਿਟੀ ਨੈਟਵਰਕ ਵੀਕ ਹੋ ਰਿਹਾ, ਤਾਂ ਫਿਰ ਇਹ ਉਮੀਦ ਸੀ ਬਜਟ ਤੋਂ ਕਿ ਉਹ ਸੋਸ਼ਲ ਸੈਕਟਰ 'ਚ ਪੈਸੇ ਇਨਵੈਸਟ ਕਰੂਗਾ ਜ਼ਿਆਦਾ। ਜੀ। ਫਿਰ ਇਹ ਉਮੀਦ ਸੀ ਕਿ ਉਹ ਵਿੱਦਿਆ 'ਚ, ਉਹ ਸਿਹਤ 'ਚ, ਉਹ ਰੁਜ਼ਗਾਰ 'ਤੇ, ਉਹ ਬਾਕੀ ਦੇ ਮੁੱਦਿਆਂ 'ਤੇ ਜ਼ਿਆਦਾ ਬਜਟ ਰੱਖਿਆ ਜਾਊਗਾ। ਜਾਂ ਲੋਕਾਂ ਨੂੰ ਟੈਕਸ ਰਿਬੇਟ ਦਾ ਸਵਾਲ ਹੈ ਵੀ ਉਹ ਜ਼ਿਆਦਾ ਮਿਲ ਸਕਦੀ ਹੈ, ਫਿਰ ਵੀ ਆਹ ਛੋਟੇ ਜਿਹੜੇ ਧਿਰਾਂ ਨੇ, ਮੁਲਾਜ਼ਮ ਨੇ, ਬਾਕੀ ਹੋਰ ਲੋਕ ਵੀ ਸ਼ਾਇਦ ਥੋੜ੍ਹਾ ਬਹੁਤ ਕੰਸੈਸ਼ਨ ਮਿਲ ਸਕਦਾ। ਆਰਥਿਕ ਸਰਵੇ ਤੋਂ ਨਹੀਂ ਲੱਗਦਾ ਕਿ ਇਹੋ ਜਿਹਾ ਕੁਝ ਹੋਏਗਾ ਵੱਡੇ ਪੱਧਰ ਦੇ ਉੱਤੇ। ਜੀ। ਚੋਣ ਨੂੰ ਮੁੱਖ ਰੱਖ ਕੇ ਕੁਝ ਚੀਜ਼ਾਂ ਐਲਾਨ ਦੇਣ ਤਾਂ ਉਹ ਅਲੱਗ ਗੱਲ ਹੈ, ਜਿਵੇਂ ਫਰੀ ਕੁਛ ਚੀਜ਼ਾਂ ਆਪਾਂ ਚੋਣ ਨੂੰ ਮੁੱਖ ਰੱਖ ਕੇ ਗੱਲ ਕਰਦੇ ਹਾਂ, ਉਹ ਚੀਜ਼ਾਂ ਦਾ ਅਲੱਗ ਹੈ। ਇਸ ਲਈ ਬਜਟ ਤਾਂ ਕੱਲ੍ਹ ਨੂੰ ਆ ਹੀ ਜਾਣਾ, ਉਹਦੇ ਪਿੱਛੇ ਕਿਹੜੀਆਂ ਚੀਜ਼ਾਂ ਹੋਣਗੀਆਂ, ਕੀ ਹੈ, ਉਹ ਅਲੱਗ ਗੱਲ ਹੈ। ਪਰ ਆਰਥਿਕ ਸਰਵੇ ਦੀ ਕੀ ਤਸਵੀਰ ਜਿਹੜੀ ਸਾਹਮਣੇ ਆਈ ਹੈ, ਤੱਥ, ਇਹਦੇ 'ਤੇ ਹੀ ਅਰਥ ਸ਼ਾਸਤਰੀਆਂ ਨੇ ਪਹਿਲਾਂ ਹੀ ਸਵਾਲ ਉਠਾਉਣੇ ਸ਼ੁਰੂ ਕਰਤੇ ਕਿ ਇਹ ਵੀ ਹੁਣ ਮੈਨੇਜ ਕੀਤਾ ਜਾਂਦਾ, ਇਹ ਵੀ ਹੁਣ ਪੂਰੀ ਤਰ੍ਹਾਂ ਖਾਕਾ ਜਿਹੜਾ ਰਿਐਲਿਟੀ ਆ ਉਹ ਲੋਕਾਂ ਦੇ ਸਾਹਮਣੇ ਨਹੀਂ ਰੱਖੀ ਜਾਂਦੀ, ਇਹਦੇ ਇਰਦ ਗਿਰਦ ਵੀ ਸਿਆਸਤ ਘੁੰਮਦੀ ਹੈ। ਇੱਕ ਸਮੇਂ ਤੱਕ ਇਹ ਸੀ ਵੀ ਤੱਥ ਉਹਦੇ 'ਚ ਸਾਰੇ ਸਾਹਮਣੇ ਰੱਖ ਦਿਓ ਤਾਂ ਕਿ ਐਨਾਲਿਸਿਸ ਕਰ ਸਕੇ ਦੇਸ਼, ਤਾਂ ਕਿ ਉਹਦੇ 'ਚ ਪਾਲਿਸੀ 'ਚ ਨੂੰ ਹੋਵੇ। ਹੁਣ ਉਹ ਵੀ ਪੋਲੀਟੀਕਲੀ ਮੋਟੀਵੇਟਡ ਜੇਕਰ ਆਰਥਿਕ ਸਰਵੇ ਦੇਣਾ ਸ਼ੁਰੂ ਕਰਨਾ ਤਾਂ ਫਿਰ ਉਹ ਰਿਐਲਿਟੀ 'ਚ ਤੱਥ ਸਾਹਮਣੇ ਨਹੀਂ ਆਉਣਗੇ। ਤੱਥ ਸਾਹਮਣੇ ਨਹੀਂ ਆਉਣਗੇ ਤਾਂ ਪਾਲਿਸੀ ਜਿਹੜੀ ਹੈ ਬਿਹਤਰ ਬਣਨੀ ਹੈ, ਉਹ ਬਿਹਤਰ ਪਾਲਿਸੀ ਨਹੀਂ ਬਣ ਪਾਏਗੀ ਕਿਸੇ ਵੀ ਰੂਪ 'ਚ। ਜੀ।
ਹਮੀਰ ਜੀ, ਇਹ ਤਾਂ ਸੀ ਬਜਟ ਦੀ ਗੱਲ। ਇਸ ਦੇ ਨਾਲ ਹੀ ਗੱਲ ਇੱਕ ਇਹ ਆਉਂਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਗਏ ਸੀ, ਉਹਨਾਂ ਦੇ ਖਿਲਾਫ ਲੰਬਾ ਸੰਘਰਸ਼ ਦਿੱਲੀ ਦੀ ਬਰੂਹਾਂ 'ਤੇ ਚੱਲਿਆ, ਜਿਸ ਨੂੰ ਅੱਜ ਖਤਮ ਹੋਏ ਨੂੰ ਲਗਭਗ 1.5 ਮਹੀਨਾ ਹੋ ਚੁੱਕਿਆ। ਅਤੇ ਅੱਜ ਵੀ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ, ਪੰਜਾਬ ਹੀ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ, ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ ਨੇ। ਅਸੀਂ ਜਾਣਨਾ ਚਾਹਾਂਗੇ ਅੱਜ ਦੇ ਇਸ ਜਿਹੜੇ ਰੋਸ ਮੁਜ਼ਾਹਰੇ ਨੇ, ਇਹਨਾਂ ਦੇ ਪਿੱਛੇ ਕੀ ਕਾਰਨ ਰਹੇ ਨੇ? ਅਸਲ 'ਚ ਇਹ ਕਾਰਨ ਹੈ ਕਿ ਜਦੋਂ ਲੋਕ ਪਹਿਲਾਂ ਕਹਿੰਦੇ ਸੀ ਨਾ ਵੀ ਪ੍ਰਧਾਨ ਮੰਤਰੀ ਨੇ ਆ ਕੇ ਬੋਲਤਾ ਹੁਣ ਵੀ 3 ਕਾਨੂੰਨ ਮੈਂ ਵਾਪਸ ਲੈ ਲਏ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ, ਤਾਂ ਲੋਕ ਕਹਿੰਦੇ ਜਦ ਹੁਣ ਪ੍ਰਧਾਨ ਮੰਤਰੀ ਨੇ ਬੋਲਤਾ, ਦੇਸ਼ ਦਾ ਪ੍ਰਧਾਨ ਮੰਤਰੀ ਆ ਆਫਟਰ ਆਲ, ਲੋਕਾਂ ਸਾਹਮਣੇ ਕਮਿਟਮੈਂਟ ਕੀਤੀ ਹੈ, ਐਂ ਥੋੜ੍ਹੀ ਮੁੱਕਰ ਜੂਗਾ, ਤੁਸੀਂ ਚਲੇ ਜਾਓ ਜੀ। ਇਹ ਉਹਨਾਂ ਤੱਕ ਨਹੀਂ ਬੈਠੇ, ਉਹਨਾਂ ਨੇ ਐਲਾਨ ਕਰਤਾ ਸੀ ਵੀ ਜਿੰਨਾ ਚਿਰ ਪਾਰਲੀਮੈਂਟ 'ਚੋਂ ਪਾਸ ਨਹੀਂ ਬਿੱਲ ਨਹੀਂ ਹੁੰਦੇ, ਜਿੰਨਾ ਚਿਰ ਰਾਸ਼ਟਰਪਤੀ ਮੋਹਰ ਨਹੀਂ ਲਾ ਦਿੰਦਾ, ਸਾਨੂੰ ਕੋਈ ਯਕੀਨ ਨਹੀਂ। ਬਿਲਕੁਲ, ਉਹਨਾਂ ਚਿਰ ਉਹ ਬੈਠੇ ਰਹੇ। ਜੀ। ਹੁਣ ਉਹ ਬਾਕੀ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਦੇ 'ਤੇ ਵੀ ਇਹਨਾਂ ਨੂੰ ਲਿਖ ਕੇ ਦਿੱਤਾ, ਇੰਨੇ ਦਿਨ ਬਾਅਦ 'ਚ ਵੀ ਬੈਠੇ ਰਹੇ। ਕੱਲੀ ਕੱਲੀ ਗੱਲ ਹੋਈ। ਗੱਲ ਕੀ ਹੋਈ? ਪਹਿਲੀ ਗੱਲ ਇਹ ਹੋਈ ਕਿ ਜਿੰਨੇ ਮੁਕੱਦਮੇ ਇਸ ਅੰਦੋਲਨ ਦੇ ਦੌਰਾਨ ਹੋਏ ਨੇ, ਜਿਹੜੇ ਤਾਂ ਦਿੱਲੀ 'ਚ ਹੋਏ ਨੇ ਉਹ ਤਾਂ ਕੇਂਦਰ ਸਰਕਾਰ ਦੇ ਅਧੀਨ ਹੀ ਨੇ, ਉਹ ਵਾਪਸ ਲਏ ਜਾਣਗੇ। ਜਿਹੜੇ ਰਾਜਾਂ 'ਚ ਹੋਏ ਉਹ ਰਾਜ ਸਰਕਾਰਾਂ ਨੂੰ, ਅਸੀਂ ਰਾਜਸਥਾਨ ਦੀ ਨੂੰ, ਯੂਪੀ ਦੀ ਨੂੰ, ਹਰਿਆਣੇ ਦੀ ਨੂੰ, ਪੰਜਾਬ ਵਾਲੇ ਨੇ ਪਹਿਲਾਂ ਹੀ ਕਹਿਤਾ ਸੀ ਵਾਪਸ ਲਵਾਂਗੇ ਜੀ, ਉਹ ਵਾਪਸ ਲਏ ਜਾਣਗੇ। ਅਗਲੀ ਗੱਲ, ਜਿਹੜੇ ਵੱਖ-ਵੱਖ ਰਾਜਾਂ ਦੇ ਸ਼ਹੀਦ ਹੋਏ ਬੰਦੇ ਨੇ ਉਹਨਾਂ ਨੂੰ ਮਤਲਬ ਮੁਆਵਜ਼ਾ ਪਲੱਸ ਇੱਕ ਮੈਂਬਰ ਨੂੰ ਰੁਜ਼ਗਾਰ ਦਾ ਜਿਹੜਾ ਸਵਾਲ ਸੀ, ਇਹ ਗੱਲ ਵੀ ਉਹਦੇ 'ਚ ਸੈਟਲਮੈਂਟ ਹੋਈ ਹੈ। ਅਤੇ ਉਦੋਂ ਅਗਲੀ ਗੱਲ MSP 'ਤੇ ਕਮੇਟੀ ਦੇ ਮੈਂਬਰ ਮੰਗ ਲੈ ਕੇ ਇਹਨਾਂ ਨੂੰ ਕਿ ਕਮੇਟੀ ਬਣੂਗੀ, ਉਹ 2 ਮਹੀਨਿਆਂ ਦੇ ਵਿੱਚ ਆਪਣੀ ਰਿਪੋਰਟ ਦੇਗੀ ਜੀ। ਅਤੇ ਉਦੋਂ ਚੌਥੀ ਗੱਲ ਉਹਦੇ ਵਿੱਚ ਇਹ ਸੀਗੀ ਕਿ ਲਖੀਮਪੁਰ ਖੀਰੀ ਦਾ ਜਿਹੜਾ ਮਾਮਲਾ ਹੈ ਉਹਦੇ 'ਚ ਨਿਆਂ, ਪਰ ਉਹ ਤਾਂ ਕਿਉਂਕਿ ਪਹਿਲਾਂ ਹੀ ਚਲੋ ਸੁਪਰੀਮ ਕੋਰਟ ਦੀ ਦੇਖ ਰੇਖ 'ਚ ਹੋ ਰਿਹਾ, ਔਰ ਇਸੇ ਕਰਕੇ ਉਹ ਥੋੜ੍ਹੀ ਜਿਹੀ ਇੰਡੀਪੈਂਡੈਂਟ ਇਨਕੁਆਇਰੀ SIT ਨੇ ਕਹਿਤਾ ਕਿ ਇਹ ਹਮਲਾ ਅਚਾਨਕ ਨਹੀਂ ਹੈ, ਇਹ ਸੋਚਿਆ ਸਮਝਿਆ। ਅਤੇ ਜੇ ਸੋਚਿਆ ਸਮਝਿਆ SIT ਕਹਿ ਰਹੀ ਹੈ, ਇਹਦੇ ਬਾਵਜੂਦ ਅਜੇ ਮਿਸ਼ਰਾ ਅਜੇ ਆਪਣੀ ਅਹੁਦੇ 'ਤੇ ਕਾਇਮ ਹੈ, ਤਾਂ ਇਹ ਬਹੁਤ ਖਤਰਨਾਕ ਗੱਲ ਹੈ ਦੇਸ਼ ਦੇ ਕਾਨੂੰਨ ਦੇ ਵਾਸਤੇ, ਇਖਲਾਕ ਦੇ ਤੌਰ 'ਤੇ, ਪੋਲੀਟੀਕਲ ਕਦਰਾਂ ਕੀਮਤਾਂ ਦੇ ਤੌਰ 'ਤੇ। ਇਹ ਗੱਲਾਂ ਨੇ ਜਿਹਦੇ 'ਚ ਸਾਰੀ ਕਿਸਾਨੀ ਨੂੰ ਇਹ ਲੱਗਦਾ ਕਿ ਤੁਸੀਂ ਸਾਡੇ ਨਾਲ ਵਿਸ਼ਵਾਸਘਾਤ ਕਰ ਰਹੇ ਹੋ। ਹੁਣ ਇੰਨੇ ਸਮੇਂ 'ਚ ਕੋਈ ਵੀ ਚੀਜ਼ ਸ਼ੁਰੂ ਹੀ ਨਹੀਂ ਹੋਈ, ਕਮੇਟੀ ਨਹੀਂ ਬਣੀ ਅਜੇ ਤੱਕ, ਕਮੇਟੀ ਨੇ ਫੈਸਲਾ ਕੀ ਦੇਣਾ ਇਹ ਤਾਂ ਬਾਅਦ ਦੀ ਗੱਲ ਹੈ। ਕਮੇਟੀ ਦੀ ਫਾਰਮੇਸ਼ਨ ਤਾਂ ਹੋਵੇ ਵੀ ਚਲੋ ਭਾਈ ਪ੍ਰਕਿਰਿਆ ਸ਼ੁਰੂ ਹੋ ਗਈ, ਅਸੀਂ ਕਮੇਟੀ ਬਣਾਤੀ ਜੀ, ਜਾਂ ਇਹ ਦੱਸਣਾ ਕਿ ਜਿਹੜੇ ਕੇਸ ਵਾਪਸ ਲੈਣੇ ਉਹ ਇੱਥੇ ਖੜੀ ਹੈ, ਲਿਸਟਾਂ ਮੰਗ ਲੀਆਂ, ਇੱਥੇ ਆ ਗਏ, ਇੰਨੇ ਬੰਦੇ ਨੇ, ਉਹਦੇ 'ਚ ਕੋਈ ਤਰੀਕਾ ਤਾਂ ਹੋਵੇ ਨਾ ਸਾਡੇ ਕੋਲ ਕਿੰਨੇ ਬੰਦਿਆਂ ਨੂੰ। ਇਸ ਕਰਕੇ ਇਹ ਜਿਹੜਾ ਇੱਕ ਮੁੱਦਾ ਹੈ, ਮੁੱਦਾ ਬੜਾ ਵੱਡਾ ਮੁੱਦਾ, ਇਹਦੇ 'ਚ ਕੇਂਦਰ ਸਰਕਾਰ ਦੀ ਵਿਸ਼ਵਾਸਯੋਗਤਾ ਤੇ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ ਕਿ ਤੁਸੀਂ ਕਹਿ ਕੇ ਨਹੀਂ ਮੁੱਕਰ ਸਕਦੇ, ਉਹ ਵੀ ਲਿਖਤੀ ਦੇ ਕੇ ਨਹੀਂ ਮੁੱਕਰ ਸਕਦੇ। ਜੇ ਲਿਖਤੀ ਦੇ ਕੇ ਮੁੱਕਰਦੇ ਹੋ ਤਾਂ ਇੱਕ ਜਦੋਜਹਿਦ ਲਗਾਤਾਰ ਜਾਰੀ ਰਹੇਗੀ। ਔਰ ਇਸੇ ਕਰਕੇ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਲੋਕ ਇਹ ਕਹਿ ਰਹੇ ਨੇ ਵੀ ਜਦ ਸਮਝੌਤਾ ਹੋ ਗਿਆ, ਬਿੱਲ ਵਾਪਸ ਹੋ ਗਏ, ਹੁਣ BJP ਪ੍ਰਤੀ ਉਹ ਅਪਰੋਚ ਨਾ ਹੋਵੇ। ਇਸੇ ਲਈ ਸ਼ਾਇਦ ਯੂਪੀ ਦੇ ਵਿੱਚ ਰਾਕੇਸ਼ ਟਕੈਤ ਜ਼ਿਆਦਾ ਹਾਰਡ ਸਟੈਂਡ BJP ਦੇ ਖਿਲਾਫ ਲੈ ਰਹੇ ਨੇ ਜੀ। ਹਾਲਾਂਕਿ ਪੰਜਾਬ ਵਾਲਿਆਂ ਨੇ ਤਾਂ ਪੰਜਾਬ ਦੇ ਵਿੱਚ ਇੱਕ ਹੋਰ ਟਾਈਪ ਦਾ ਵਰਤਾਰਾ ਚੱਲ ਪਿਆ ਵੀ 3 ਕਾਨੂੰਨ ਵਾਪਸ ਹੋ ਗਏ, ਫਟਾਫਟ BJP ਜਾ ਵੀ ਰਹੇ ਨੇ ਵੱਖ-ਵੱਖ ਪਾਰਟੀਆਂ 'ਚੋਂ। ਬਿਲਕੁਲ, ਇਹਦੇ 'ਚ ਲੋਕ ਇਸੇ ਲਈ ਲਿਖ ਵੀ ਰਹੇ ਨੇ ਸੋਸ਼ਲ ਮੀਡੀਆ 'ਤੇ, ਜਾਂ ਉਹਨਾਂ ਤੋਂ ਸਵਾਲ ਵੀ ਉਠਾ ਰਹੇ ਨੇ ਕਿ ਤੁਹਾਡਾ ਕਿਰਦਾਰ ਦਾ ਕੀ ਕਿਹਾ ਜਾਏ, ਤੁਹਾਡਾ ਸਿਸਟਮ ਕੀ ਕਿਹਾ ਜਾਏ ਵੀ 700 ਬੰਦਾ 750 ਸ਼ਹੀਦ ਕਰਾ ਕੇ ਤੁਸੀਂ ਉੱਥੇ ਭੱਜੇ ਜਾ ਰਹੇ ਹੋ, ਜਿਹੜੇ ਅਜੇ ਵੀ ਮਾਈਂਡ ਸੈੱਟ ਦੇ ਤੌਰ 'ਤੇ ਇਹ ਕਹਿੰਦੇ ਨੇ ਕਿ ਕਾਨੂੰਨ ਤਾਂ ਠੀਕ ਸੀ ਜੀ, ਪਰ ਕੋਈ ਗੱਲ ਨਹੀਂ ਅਜੇ ਵਾਪਸ ਲੈ ਰਿਹਾ, ਅਤੇ ਅਜੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੇ। ਔਰ ਉੱਥੇ ਰਾਕੇਸ਼ ਟਕੈਤ ਇਹ ਕਹਿ ਰਿਹਾ ਕਿ ਲੋਕ ਵੰਡ ਪਾਊ ਲੋਕਾਂ ਨੂੰ, ਜਿਹੜੇ ਹਿੰਦੂ ਮੁਸਲਮ ਕਰ ਰਹੇ ਨੇ ਉਹਨੂੰ ਵੋਟ ਨਹੀਂ ਦੇਣਗੇ ਜੀ, ਲੋਕ ਜਿਹੜੇ ਕਿਸਾਨੀ ਦੀ ਗੱਲ ਕਰ ਰਹੇ ਨੇ ਉਹਨੂੰ ਵੋਟ ਦੇਣਗੇ। ਇਹ ਕਲੀਅਰ ਕੱਟ ਗੱਲ ਹੈ, ਔਰ ਉਹ ਮੈਸੇਜ ਦੇ ਰਿਹਾ ਲਗਾਤਾਰ, ਪੋਲੀਟੀਕਲ ਮੈਸੇਜ ਨੈਸ਼ਨਲ TV ਚੈਨਲਾਂ ਦੇ ਉੱਤੇ ਵੀ ਕਿ ਤੁਸੀਂ ਲੋਕਾਂ ਦੇ ਸਰੋਕਾਰਾਂ ਦੀ ਗੱਲ ਕਰੋ, ਅਸੀਂ ਉਹਨਾਂ ਪਾਰਟੀਆਂ ਨੂੰ ਜਿਤਾਵਾਂਗੇ ਜਿਹੜੀਆਂ ਸੰਯੁਕਤ ਮੋਰਚੇ ਦੇ ਦੌਰਾਨ 3-4 ਪੁਆਇੰਟ ਫੈਸਲੇ ਕੀਤੇ, ਵੋਟ ਦੀ ਚੋਟ, ਕਿ BJP ਨੂੰ ਵੋਟ ਦੀ ਚੋਟ ਦਿਓ। ਦੂਜਾ ਇਹ ਕਿਹਾ ਸੀਗਾ ਕਿ ਇਹ ਜੋੜ ਤੋੜਨਗੇ, ਅਸੀਂ ਜੋੜਾਂਗੇ, ਅਤੇ ਅਸੀਂ ਜੋੜਨ ਵਾਲੇ ਪਾਸੇ ਅੱਜ ਵੀ ਅਸੀਂ ਉਹ ਗੱਲ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ ਵਿਚਾਰਧਾਰਕ ਤੌਰ 'ਤੇ ਜਿਹੜੀ ਫੁੱਟ ਪਾਉਂਦੀ ਹੈ। ਤੀਜਾ ਇਹ ਦਿੱਤਾ ਸੀ ਕਿ ਮੋਦੀ ਗੱਦੀ ਛੱਡੋ ਅਤੇ ਕਾਰਪੋਰੇਟੋ ਭਾਰਤ ਛੱਡੋ, ਅਤੇ ਮੋਦੀ ਨੂੰ ਗੱਦੀ ਛਡਾਉਣ ਤੱਕ ਅਸੀਂ ਅਜੇ ਵੀ ਕੰਟੀਨਿਊ ਕਰਾਂਗੇ। ਇਹ ਜਿਹੜੇ ਸਾਰੇ ਸਵਾਲ ਨੇ, ਜਿਹੜੇ ਇੱਕ ਸਮੂਹਿਕ ਫੈਸਲੇ ਸੀ ਸੰਯੁਕਤ ਕਿਸਾਨ ਮੋਰਚੇ ਨੇ ਲਏ ਉਸ ਪੱਧਰ ਦੇ ਉੱਤੇ, ਮੈਨੂੰ ਲੱਗਦਾ ਮਾਨਸਿਕ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਇਹ ਮਨ ਅਜੇ ਬਣਿਆ ਹੋਇਆ ਸਾਰੇ ਦਾ, ਟੋਟਲ ਜਿਹੜੇ ਵੀ ਲੋਕ ਨੇ, ਔਰ ਜਿਹੜੇ ਲੋਕ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਵੀ ਸੀ ਉਹਦੀ ਮੰਨ ਕੇ ਜਿਹੜੇ ਜਥੇਬੰਦੀਆਂ ਦੇ ਮੈਂਬਰ ਬਣੀ ਸੀ, ਉਹਨਾਂ ਨੂੰ ਵੀ ਇਹ ਗੱਲ ਮਹਿਸੂਸ ਹੋ ਰਹੀ ਹੈ ਵੀ ਗੱਲ ਤਾਂ ਉਹ ਠੀਕ ਹੈ ਜੇ ਤੁਸੀਂ ਨਹੀਂ ਕਰਦੇ।
ਤਾਂ ਕਿੰਨਾ ਕੁ ਲੋਸ ਹੁੰਦਾ। ਹੁਣ ਪਹਿਲੇ ਪੜਾਅ 'ਚ ਪੱਛਮੀ ਯੂਪੀ ਦੇ ਵਿੱਚ ਚੋਣਾਂ 10 ਫਰਵਰੀ ਨੂੰ ਹੋਣੀਆਂ ਨੇ ਇੱਥੇ ਵੀ, ਜੀ, ਤੇ ਉਹ ਸਾਬਤ ਕਰਨਗੀਆਂ ਕਿ ਕਿਸ ਪੱਧਰ ਤੇ ਕਿਸਾਨੀ ਨਾਲ ਮਤਲਬ ਨਾ ਉਹਦੀਆਂ ਮੰਗਾਂ ਲਾਗੂ ਕਰਕੇ ਜਾਂ ਬਾਕੀ ਦੀਆਂ ਗੱਲਾਂ ਕਰਕੇ ਕਿੰਨਾ ਕੁ ਪੋਲੀਟੀਕਲ ਫਾਇਦਾ ਹੋਇਆ, ਕਿੰਨਾ ਕੁ ਨੁਕਸਾਨ ਹੋਇਆ। ਜੀ, ਉਸ ਤੋਂ ਬਾਅਦ ਦੀ ਗੱਲ ਸ਼ਾਇਦ ਸ਼ੁਰੂ ਹੋਏਗੀ। ਔਰ ਬਾਕੀ ਦੇਖਣਾ ਹੋਏਗਾ ਕਿ ਕਿਵੇਂ ਅਜੇ ਵੀ ਇਹ ਜੇ ਸਾਰੀਆਂ ਗੱਲਾਂ ਰਹੀਆਂ, ਇਸ ਸਿਸਟਮ ਦੇ ਵਿੱਚ ਅੰਦੋਲਨ ਵੀ ਹੋਣਗੇ ਲਗਾਤਾਰ, ਲੋਕਾਂ ਦੀਆਂ ਸਮੱਸਿਆਵਾਂ ਐ ਹੱਲ ਨਹੀਂ ਹੋਣਗੀਆਂ ਜਿਵੇਂ ਵੀ ਉਹ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ। ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਕਾਨੂੰਨੀ ਗਰੰਟੀ ਦੇਣ ਲਈ ਮਾਨਸਿਕ ਤੌਰ ਤੇ ਅਜੇ ਤੱਕ ਉਹ ਤਿਆਰ ਨਹੀਂ ਹੈ। ਇੱਕ ਲੰਬੀ ਲੜਾਈ ਹੈ ਦੇਸ਼ ਦੀ ਟੋਟਲ, ਔਰ ਇਸੇ ਕਰਕੇ ਅਗਲੇ ਸਟੈਪ ਕਿਵੇਂ ਲੈਂਦਾ ਸੰਯੁਕਤ ਮੋਰਚਾ ਜਾਂ ਬਾਕੀ ਦੇ ਲੋਕ ਨੇ, ਇਹ ਉਹਦੇ 'ਤੇ ਨਿਰਭਰ ਹੋਏਗਾ। ਪਰ ਬੇਰੁਜ਼ਗਾਰੀ ਦਾ ਸਵਾਲ ਔਰ ਕਿਸਾਨੀ ਦੀ ਘਾਟੇ ਦਾ ਲਾਹੇਵੰਦ ਬਣਾਉਣ ਦਾ ਸਵਾਲ, ਔਰ 2022 ਦੀ ਇਹ ਚੋਣ 5 ਰਾਜਾਂ ਦੀ ਜੀ, ਉਦੋਂ ਹੋ ਰਹੀ ਹੈ ਜਦੋਂ ਮੋਦੀ ਸਰਕਾਰ ਨੂੰ ਪੂਰੇ ਹੋ ਗਏ। ਉਹਨੇ ਕਿਹਾ ਸੀ 2022 'ਚ ਕਿਸਾਨੀ ਦੀ ਆਮਦਨ ਦੁੱਗਣੀ ਕਰ ਦਾਂਗੇ। ਕਿਸਾਨੀ ਦੀ ਆਮਦਨ ਦੁੱਗਣੀ ਦਾ ਪੈਮਾਨਾ ਸਭ ਦੇ ਸਾਹਮਣੇ ਹੈ ਕਿ ਦੁੱਗਣੀ ਹੋਈ ਹੈ ਜਾਂ ਉਦੋਂ ਵੀ ਲਾਸ 'ਚ ਚਲੇ ਗਏ। ਜਦੋਂ ਡੀਜ਼ਲ ਫੂਕਣ ਦਾ ਇਕੱਲਾ ਕੰਪੈਰੀਜ਼ਨ ਕਰਦੇ ਨੇ ਉਹੀ ਉਡਾ ਦਿੰਦਾ ਸਾਰਾ ਕੁਝ। ਜੀ, ਤੇ ਇਸ ਕਰਕੇ ਵੀ ਇਹ ਇੰਪੋਰਟੈਂਟ ਹੈ। ਜਦੋਂ ਅਸੀਂ ਜੇ ਸਵਾਲ ਪੁੱਛਣ ਦੇ ਜਿਹੜੇ ਸਵਾਲ ਨੇ, ਜਦੋਂ ਕਰ ਰਹੇ ਨੇ ਸਵਾਲ ਯੂਪੀ ਦੇ ਵਿੱਚ ਵੀ ਜਾਂ ਬਾਕੀ ਜਗ੍ਹਾ, ਜੀ, ਤੇ ਆਮਦਨ ਦੁੱਗਣੀ ਕਿਵੇਂ ਕਰੋਗੇ? ਕੀ ਕੋਈ ਕਮਿਸ਼ਨ ਹੋਏਗਾ ਕਿ ਮਿਨੀਮਮ ਆਮਦਨ ਦੀ ਗਰੰਟੀ ਕਰਨੀ ਚਾਹੀਦੀ ਹੈ ਪਰਿਵਾਰਾਂ ਲਈ ਜਾਂ ਨਹੀਂ ਕਰਨੀ ਚਾਹੀਦੀ? ਇਹ ਸਵਾਲ ਜੇ ਗਾਇਬ ਹੋ ਗਏ ਇਸ ਪੋਲੀਟੀਕਲ ਸਰਕਲ ਦੇ ਵਿੱਚੋਂ ਤਾਂ ਮੇਰਾ ਖਿਆਲ ਹੈ ਆਮ ਲੋਕ ਤੇ ਕਿਸਾਨੀ ਹਾਰ ਜਾਊਗੀ। ਇਹ ਸਵਾਲ ਪੈਦਾ ਹੋਣੇ ਚਾਹੀਦੇ ਨੇ ਜਿਹੜੇ ਬਾਰ-ਬਾਰ ਪੈਦਾ ਕਰ ਰਹੇ ਨੇ ਰਾਕੇਸ਼ ਟਕੈਤ ਵੀ ਤੇ ਬਾਕੀ ਕਿਸਾਨੀ ਦੇ ਲੋਕ ਵੀ। ਔਰ ਸ਼ਾਇਦ ਇਹਦੇ 'ਚੋਂ ਜਵਾਬਦੇਹੀ ਵਾਲੀ ਸਿਆਸਤ ਕੋਈ ਪ੍ਰਗਟ ਹੋਏਗੀ, ਔਰ ਜਵਾਬਦੇਹੀ ਵਾਲੀ ਸਿਆਸਤ ਤੋਂ ਬਿਨਾਂ ਸੰਭਵ ਨਹੀਂ ਹੈ ਕੋਈ ਤਬਦੀਲੀ, ਔਰ ਨਾ ਹੀ ਕੋਈ ਸਿਸਟਮ ਦੇ ਵਿੱਚ ਸੁਧਾਰ ਦੀ ਗੁੰਜਾਇਸ਼ ਹੈ ਉਸ ਲੈਵਲ ਦੇ ਉੱਤੇ। ਸਾਰੀਆਂ ਪਾਰਟੀਆਂ ਨੂੰ ਤੇ ਸਾਰੇ ਲੋਕਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਔਰ ਇਹ ਸਵਾਲ ਪੁੱਛਣੇ ਚਾਹੀਦੇ ਨੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।